नमस्कार, ओम शांति ते नाले सत श्री अकाल। अज सतगुरु करता पुरख च तुहाडा स्वागत करदी हाँ। आइए स्वागत करदे हाँ निर्वेर भाई दा। भाजी तुहाडा सतगुरु करता पुरख च स्वागत आ जी। धन्यवाद जी लख लख शुक्रिया जी। ਅਸੀਂ ਜਿਹੜੀ ਅਵਿਅਕਤ ਮੁਰਲੀ ਹੈ ਉਹ 'ਚ ਜਿਹੜੇ ਬਾਬਾ ਨੇ ਪ੍ਰਸ਼ਨ ਦਿੱਤੇ ਵੇ ਉਹ ਛਾਂਟ ਕੇ ਅਸੀਂ ਨਿਕਾਲੇ ਤਾਂ ਉਹਦਾ ਆਨਸਰ ਜਿਹੜਾ ਉਹਦਾ ਉੱਤਰ ਹੈ ਉਹ ਅਸੀਂ ਤੁਹਾਡੇ ਵਰਗੋਂ ਲੈਣਾ ਚਾਹੁੰਦੇ। ਸਭ ਤੋਂ ਪਹਿਲੇ तो पंजाबी च मैं बोल रहा ही, सुनने वाले सोचते होंगे कि पंजाबी बोल सकते या नहीं बोल सकते। ते जो भी भाई भैन सुन रहे हैं देश विदेश च, ते सब नूं पहले ते नमस्कार, ओम शांति, सत श्री अकाल। ਹੁਣ ਅਸੀਂ ਕਵਿਤਾ ਬੈਨ ਤੋਂ ਜੋ ਪ੍ਰਸ਼ਨ ਆਉਣਗੇ, ਸਵਾਲ ਆਉਣਗੇ, ਉਹਨਾਂ ਦਾ ਮੈਂ ਜਵਾਬ ਕੋਸ਼ਿਸ਼ ਕਰਾਂਗਾ ਕਿ ਜੋ ਮੈਂ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵਵਿਦਿਆਲੇ 'ਚ 61 ਸਾਲ ਤੋਂ ਜੋ ਅਨੁਭਵ ਕਰ ਰਿਹਾ ਉਹਦੇ ਬੇਸਿਸ ਤੇ ਮੈਂ ਜਵਾਬ ਦਿਆਂ। ਹੋਰ ਕੋਈ ਇੱਧਰ ਉੱਧਰ ਦੀਆਂ ਗੱਲਾਂ ਮੈਨੂੰ ਕਰਨੀਆਂ ਨਹੀਂ ਆਉਂਦੀਆਂ, ਲੇਕਿਨ ਜੋ ਮੁਰਲੀ ਦੀ ਗੱਲ ਹੈ, ਅਵਿਅਕਤ ਮੁਰਲੀ, ਸਾਕਾਰ ਮੁਰਲੀ, ਫਿਰ ਅਵਿਅਕਤ ਮੁਰਲੀ, ਔਰ ਜਿਸ ਮੁਰਲੀ ਦਾ ਗਾਇਨ ਦੁਨੀਆ 'ਚ ਭਗਤੀ 'ਚ ਹੋ ਗਿਆ ਕਿ ਸ੍ਰੀ ਕ੍ਰਿਸ਼ਨ ਨੇ ਮੁਰਲੀ ਹੱਥ 'ਚ ਲੈ ਕੇ ਸੁਣਾਈ ਔਰ ਗੋਪ ਗੋਪੀਆਂ ਉਹਦੇ 'ਤੇ ਮਸਤ ਹੋ ਜਾਂਦੇ ਸੀ। ਤੇ ਇੱਕ ਤੁਹਾਨੂੰ ਥੋੜ੍ਹੀ ਜਿਹੀ ਗੱਲ ਸੁਣਾਉਣਾ ਚਾਹੁੰਦਾ ਹੀ ਇਸ ਤੋਂ ਪਹਿਲੇ ਕਿ ਭੈਣ ਜੀ ਮੈਨੂੰ ਪੁੱਛਣ। ਜਦੋਂ ਅਸੀਂ ਗਿਆਨ ਲਿਆ ਤੇ 15 ਦਿਨ ਬੀਤ ਗਏ ਤੇ 16ਵੇਂ ਦਿਨ ਸਾਡੀ ਬ੍ਰਹਮਾ ਕੁਮਾਰੀ ਭੈਣ ਕਹਿਣ ਲੱਗੀ, ਅੱਜ ਤੁਹਾਨੂੰ ਅਸੀਂ ਮੁਰਲੀ ਸੁਣਾਵਾਂਗੇ। ਤੇ ਅਸੀਂ 8 ਦੋਸਤ ਹੈਗੇ ਸੀ, ਇਕੱਠੇ ਬੈਠੇ ਹੋਏ ਸੁਣ ਰਹੇ ਸੀ। ਅਸੀਂ ਇੱਕ ਦੋ ਦਾ ਮੂੰਹ ਦੇਖਣ ਲੱਗ ਪਏ ਵੀ ਅੱਜ ਕੀ ਹੋ ਗਿਆ। ਭੈਣ ਜੀ ਅੱਛੀ ਤਰ੍ਹਾਂ ਗਿਆਨ ਸੁਣਾਉਂਦੀਆਂ ਸੀ, ਅੱਜ ਮੁਰਲੀ ਸੁਣਾਉਣਗੀਆਂ। ਤੇ ਭੈਣ ਜੀ ਵੀ ਦੇਖਣ ਵੀ ਕੀ ਗੱਲ ਹੈ। ਫਿਰ ਮੈਂ ਕਿਹਾ, ਭੈਣ ਜੀ ਸਾਡਾ ਇੱਕ ਦੋਸਤ ਹੈ, ਉਹਦੇ ਕੋਲ 8 ਕਿਸਮ ਦੀ ਮੁਰਲੀ ਹੈਗੀ ਹੈ, ਮੋਟੀ ਵੀ ਹੈ, ਛੋਟੀ ਵੀ ਹੈ, ਔਰ ਬਹੁਤ ਅੱਛੀ ਮੁਰਲੀ ਸੁਣਾਉਂਦਾ ਜੀ। ਉਹ ਅਸੀਂ ਉਹਨਾਂ ਕੋਲੋਂ ਸੁਣ ਲਾਂਗੇ। ਤੁਸੀਂ ਰੋਜ਼ ਜਿਹੜਾ ਗਿਆਨ ਸਾਨੂੰ ਸੁਣਾਉਂਦੇ ਹੋ ਨਾ, ਉਹ ਸੁਣਾਓ। ਤੇ ਭੈਣ ਜੀ ਨੂੰ ਬੜੀ ਹੱਸੀ ਆ ਗਈ, ਕਹਿਣ ਲੱਗੇ, ਅੱਛਾ ਮੈਂ ਤੁਹਾਨੂੰ ਗਿਆਨ ਮੁਰਲੀ ਸੁਣਾਵਾਂਗੀ ਜਿਹੜੀ ਸਾਨੂੰ ਪਰਮ ਪਿਤਾ ਪਰਮਾਤਮਾ ਸ਼ਿਵ ਆ ਕਰਕੇ ਬ੍ਰਹਮਾ ਬਾਬਾ ਦੇ ਮੁਖਾਰਵਿੰਦ ਦੁਆਰਾ ਸੁਣਾਉਂਦੇ ਨੇ। ਔਰ ਉਹ ਗਿਆਨ ਮੁਰਲੀ ਹੈ, ਉਹ ਕਾਠ ਦੀ ਮੁਰਲੀ ਨਹੀਂ ਹੈਗੀ ਹੈ। ਤੇ ਫਿਰ ਸਾਨੂੰ ਥੋੜ੍ਹਾ ਚੈਨ ਮਿਲਿਆ ਕਿ ਚਲੋ ਗਿਆਨ ਦੀ ਮੁਰਲੀ ਤਾਂ ਸੁਣਾਂਗੇ ਜੀ। ਹਾਂਜੀ ਜੀ ਭਾਈ ਸਾਹਿਬ, ਅੱਜ ਸਾਡਾ ਪਹਿਲਾ ਪ੍ਰਸ਼ਨ ਹੈ 18/6/1969 ਦਾ ਜੀ। ਇਹ 'ਚ ਪਹਿਲਾ ਪ੍ਰਸ਼ਨ ਇਹ ਹੋਇਆ ਕਿ ਸਰਵਿਸ ਜਿਹੜੀ ਸਾਡੀ ਹੈ ਉਹ 'ਚ ਸਫਲਤਾ ਦਾ ਮੁੱਖ ਗੁਣ ਕਿਹੜਾ ਹੋਣਾ ਚਾਹੀਦਾ? ਨਮਰਤਾ ਜੀ। ਉਹ ਕਿੱਦਾਂ ਆਣੀ? ਬੜੀ ਨਮਰਤਾ ਨਾਲ ਜੋ ਵੀ ਕੋਈ ਗਿਆਨ ਲੈਣ ਵਾਲੇ ਆ ਉਹਨਾਂ ਨੂੰ ਬੜੇ ਆਦਰ ਨਾਲ ਈਸ਼ਵਰੀ ਗਿਆਨ ਸੁਣਾਉਣ ਤੋਂ ਪਹਿਲੇ ਉਹਨਾਂ ਨੂੰ ਦੱਸਣਾ ਪਏਗਾ ਵੀ ਇਹ ਅਸੀਂ ਕੀ ਸੁਣਾਉਣਾ ਚਾਹੁੰਦੇ ਹਾਂ, ਕਿਉਂ ਸੁਣਾਉਣਾ ਚਾਹੁੰਦੇ ਹਾਂ, ਉਹ ਤੋਂ ਫਾਇਦਾ ਕੀ ਹੈ ਜੀ। ਔਰ ਫਿਰ ਉਸ ਤੋਂ ਬਾਅਦ ਉਹਨਾਂ ਦੀ ਰੁਚੀ ਉਹਦੇ 'ਚ ਆਏਗੀ। ਔਰ ਫਿਰ ਉਹਨਾਂ ਨੂੰ ਬੜੇ ਪ੍ਰੇਮ ਨਾਲ ਇੱਕ ਇੱਕ ਗੱਲ ਸੁਣਾਉਣਗੇ ਉਹ, ਤਾਂ ਉਹ ਬਹੁਤ ਖੁਸ਼ ਹੋ ਜਾਣਗੇ। ਅੱਛਾ ਜੀ।
ਜੀ ਅੱਜ ਕੱਲ੍ਹ ਜਿਹੜਾ ਸਮਾਂ ਚੱਲਿਆ ਵਾ ਉਹ 'ਚ ਅਸੀਂ ਤੀਬਰ ਪੁਰਸ਼ਾਰਥੀ ਕਿੱਦਾਂ ਬਣੇ, ਕਿੱਦਾਂ ਆਪਣੇ ਆਪ ਨੂੰ ਤੀਬਰ ਪੁਰਸ਼ਾਰਥੀ ਬਣਾਈਏ, ਜ਼ਿਆਦਾ ਤੇਜ਼ ਕਿ ਮਤਲਬ ਕਿਆ ਰਫ਼ਤਾਰ ਹੋਣੀ ਚਾਹੀਦੀ ਸਾਡੀ ਤੀਬਰ ਪੁਰਸ਼ਾਰਥੀ ਦੀ? ਐਕਚੁਅਲੀ ਇਹ ਈਸ਼ਵਰੀ ਜੀਵਨ ਦੀ ਜਦੋਂ ਯਾਤਰਾ ਸ਼ੁਰੂ ਹੁੰਦੀ ਹੈ ਜੀ ਤੇ ਸ਼ੁਰੂ 'ਚ ਇਸ ਖਿਆਲ ਨਹੀਂ ਹੁੰਦਾ ਕਿ ਯਾਤਰਾ ਥੋੜੀ ਲੰਬੀ ਹੈ। ਉਸ ਵੇਲੇ ਤੇ ਬੜਾ ਮਾਮੂਲੀ ਜਿਹਾ ਉਹ ਲਕਸ਼ ਹੁੰਦਾ ਹੀ ਵੀ ਮਨ ਦੀ ਸ਼ਾਂਤੀ ਕਿਸ ਤਰ੍ਹਾਂ ਮਿਲ ਜਾਏ, ਉਹਦੇ ਵਾਸਤੇ ਮੈਡੀਟੇਸ਼ਨ ਸਿੱਖਣੀ ਹੈ। ਆਪਣੇ ਮਨ 'ਚ ਜਿਹੜੇ ਨੈਗੇਟਿਵ ਥਾਟਸ ਚੱਲਦੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਰੋਕ ਸਕਦੇ ਹਾਂ, ਇਹੋ ਜਿਹੀਆਂ ਗੱਲਾਂ ਹੁੰਦੀਆਂ ਹੀ। ਲੇਕਿਨ ਜਦੋਂ ਈਸ਼ਵਰੀ ਗਿਆਨ ਸੁਣਦੇ ਸੁਣਦੇ ਔਰ ਸਹਿਜ ਰਾਜ ਯੋਗ ਦਾ ਅਭਿਆਸ ਕਰਦੇ ਰਹਿੰਦੇ ਹਾਂ ਤੇ ਆਹਿਸਤਾ ਆਹਿਸਤਾ ਆਪਣੇ ਜੀਵਨ 'ਚ ਪਹਿਲੇ ਤੇ ਚੇਂਜ ਆਉਂਦੀ ਹੈ ਔਰ ਫਿਰ ਪਤਾ ਲੱਗਦਾ ਹੀ ਕਿ ਇਹ ਕੋਈ ਗਿਆਨ ਦੇਣ ਵਾਲਾ ਮਾਮੂਲੀ ਵਿਅਕਤੀ ਕੋਈ ਨਹੀਂ ਹੈ, ਇਹ ਪਰਮਾਤਮਾ ਦਾ ਗਿਆਨ ਹੈ। ਸ਼ਿਵ ਬਾਬਾ ਆ ਕਰਕੇ, ਪਰਮਾਤਮਾ ਸ਼ਿਵ ਬ੍ਰਹਮਾ ਬਾਬਾ ਦੇ ਮੁਖਾਰਬਿੰਦ ਦੁਆਰਾ ਸਾਨੂੰ ਗਿਆਨ ਸੁਣਾਉਂਦੇ ਨੇ, ਜਿਸ ਦਾ ਨਾਮ ਮੁਰਲੀ ਹੈਗਾ ਹੀ। ਔਰ ਉਹ ਮੁਰਲੀ ਇਸ ਬ੍ਰਹਮਾਂਡ ਦੇ ਬਾਰੇ 'ਚ ਔਰ ਵਿਸ਼ਵ ਦੇ ਸਤਯੁਗ ਤੋਂ ਲੈ ਕਰਕੇ ਕਲਯੁਗ ਅੰਤ ਤਾਈਂ ਜੋ ਇਹ 4 ਯੁੱਗ ਹੈਗੇ ਹੈ, ਇਹਦੀ ਹਿਸਟਰੀ, ਜੀਓਗ੍ਰਾਫੀ, ਇਹਦੇ ਬਾਰੇ 'ਚ ਇਤਨਾ ਲੰਬਾ ਕੋਰਸ ਹੈਗਾ ਹੀ। ਮੈਂ ਤਾਂ ਕਦੀ ਕਦੀ ਸੋਚਦਾ ਹੀ ਕਿ ਅਗਰ ਪਹਿਲੇ ਪਤਾ ਹੁੰਦਾ ਤਾਂ ਸ਼ਾਇਦ ਕੋਈ ਡਰ ਵੀ ਜਾਏ, ਇਤਨਾ ਲੰਬਾ ਕੌਣ ਬੈਠ ਕਰਕੇ ਸੁਣਦਾ ਰਹੇਗਾ। ਲੇਕਿਨ ਇਹ ਕੋਰਸ ਹੀ ਹੈਗਾ ਇਹ ਮਨੁੱਖ ਨੂੰ ਦੇਵਤਾ ਬਣਾਉਣ ਵਾਸਤੇ। ਤੇ ਮਨੁੱਖ ਨੂੰ ਦੇਵਤਾ ਇੱਕ ਦਿਨ 'ਚ ਤਾਂ ਨਹੀਂ ਬਣੇਗਾ, ਇੱਕ ਹਫ਼ਤੇ 'ਚ ਨਹੀਂ ਬਣੇਗਾ, ਇੱਕ ਮਹੀਨੇ 'ਚ ਨਹੀਂ ਬਣੇਗਾ। ਕਿਉਂ? ਉਹ ਗਿਆਨ ਤੋਂ ਪਤਾ ਲੱਗਦਾ ਹੀ ਕਿ ਅਸੀਂ 63 ਜਨਮ ਦੇ ਜਿਹੜੇ ਸਾਡੇ ਸੰਸਕਾਰ ਹੈਗੇ ਆ, ਉਹ ਸੰਸਕਾਰ ਕੁਛ 5 ਵਿਕਾਰਾਂ ਦੇ ਵਸ਼ ਨੈਗੇਟਿਵ ਸੰਸਕਾਰ ਬਹੁਤ ਬਣੇ ਹੋਏ ਆ। ਉਹਨਾਂ ਨੂੰ ਮਿਟਾਉਣਾ ਔਰ ਸਤੋਗੁਣੀ ਸੰਸਕਾਰ ਧਾਰਨ ਕਰਾਉਣਾ, ਉਹਦੇ ਵਾਸਤੇ ਗਿਆਨ ਦੀ ਸ਼ਕਤੀ ਚਾਹੀਦੀ ਹੈ ਔਰ ਸਾਥ-ਸਾਥ ਰਾਜ ਯੋਗ ਦੀ ਵੀ ਸ਼ਕਤੀ ਚਾਹੀਦੀ ਹੈ। ਤੇ ਉਹਦੇ 'ਚ ਤਾਂ ਥੋੜ੍ਹਾ ਟਾਈਮ ਚਾਹੀਦਾ ਹੀ। ਇਹ ਬਸ ਇੱਕ ਵਾਰ ਭੈਣ ਜੀ ਨੇ ਕੁਝ ਸੁਣਾ ਦਿੱਤਾ ਤੁਹਾਨੂੰ, ਬੜਾ ਮਨ ਖੁਸ਼ ਹੋਏਗਾ, ਲੇਕਿਨ ਉਹਨੂੰ ਧਾਰਨਾ ਕਰਨੀ ਤੇ ਉਹਦੇ 'ਚ ਟਾਈਮ ਲੱਗਦਾ ਹੀ। ਇਹਦੇ 'ਤੇ ਫਿਰ ਮੈਂ ਇੱਕ ਕਹਾਣੀ ਸੁਣਾਵਾਂਗਾ ਬਾਅਦ 'ਚ। ਜੀ ਜ਼ਰੂਰ। ਇੱਕ ਪ੍ਰਸ਼ਨ ਹੈ 20/3/1969 ਦਾ, ਉਹ ਬਾਬਾ ਨੇ ਮੁਰਲੀ 'ਚ ਬੋਲਿਆ, ਸਵਰੂਪ, ਸਵਧਰਮ, ਸਵ ਸੰਦੇਸ਼, ਸੁਕਰਮ ਤੇ ਨਾਲੇ ਸਵਲਕਸ਼ਣ ਤੇ ਸਵਲਕਸ਼ਯ ਔਰ ਸਵਦਰਸ਼ਨ ਚੱਕਰਧਾਰੀ ਅਸੀਂ ਕਿੱਦਾਂ ਬਣੀਏ? ਬੜਾ ਸਹਿਜ ਹੈ। ਅਗਰ ਬਣਨਾ ਹੋਏ ਜਿਸਨੇ ਤੇ ਉਹਦੇ ਲਈ ਤਾਂ ਬੜਾ ਸਹਿਜ ਹੈ, ਔਰ ਨਹੀਂ ਬਣਨਾ ਹੋਏ ਤਾਂ ਤੇ ਉਹ ਸੋਚਣਗੇ ਬਈ ਇਹ ਸੁਦਰਸ਼ਨ ਚੱਕਰਧਾਰੀ ਤੇ ਸ੍ਰੀ ਕ੍ਰਿਸ਼ਨ ਹੈਗੇ ਸੀ, ਅਸੀਂ ਥੋੜ੍ਹਾ ਬਣਨਾ ਹੀ। ਇਹੋ ਜਿਹੀ ਗੱਲ ਮਨ 'ਚ ਸੋਚ ਕਰਕੇ ਆਪਣੇ ਆਪ ਨੂੰ ਖਾਮਖਾ ਹੈਰਾਨ ਕਰਨਾ। ਤੇ ਇਸ ਕਰਕੇ ਪਹਿਲੇ ਤੇ ਇਹ ਹੈ ਕਿ ਸੋ ਕੌਣ, ਮੈਂ ਕੌਣ, ਸਵਯੰ ਨੂੰ ਪਹਿਚਾਨੋ ਪਹਿਲੇ। ਮੈਂ ਆਤਮਾ, ਮੇਰਾ स्वधर्म ਕੀ ਹੈ? ਸ਼ਾਂਤੀ, ਪਵਿੱਤਰਤਾ, प्रेम, आनंद और क्या? सुकर्म। हाँ, सुकर्म, सुकर्म माना श्रेष्ठ कर्म। तो जो शिव बाबा की याद च रह करके
ਅੱਛੀ ਭਾਵਨਾ ਨਾਲ ਕੋਈ ਵੀ ਕਰਮ ਕਰਨਗੇ ਉਹ ਸੁਕਰਮ ਹੈ, ਜਿਹਦੇ 'ਚ ਤੁਹਾਡੀ ਭਾਵਨਾ ਪੋਜ਼ਿਟਿਵ ਹੋਏ, ਕਿਸੇ ਦੀ ਜੀਵਨ ਨੂੰ ਹੋਰ ਅੱਛਾ ਬਣਾਉਣ ਦੀ ਹੋਏ, ਕਿਸੇ ਨੂੰ ਕੋਈ ਬਿਮਾਰ ਹੈ ਉਸ ਨੂੰ ਮਦਦ ਕਰਨ ਦੀ ਹੋਏ, ਅੱਛੀ ਗੱਲਾਂ, ਕਿਸੇ ਬੱਚਿਆਂ ਨੂੰ ਪੜ੍ਹਾਈ ਦੀ ਜ਼ਰੂਰਤ ਹੈ, ਉਹ ਨਹੀਂ ਪੜ੍ਹ ਸਕਦੇ ਕਿਉਂਕਿ ਉਹਨਾਂ ਦੇ ਕੋਲ ਪੈਸਾ ਨਹੀਂ ਹੈ, ਤਾਂ ਉਹ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਕੁਝ ਮਦਦ ਕਰੀਏ, ਇਹ ਸੁਕਰਮ ਹੈ। ਤੇ ਬਹੁਤ ਸਾਰੀਆਂ ਗੱਲਾਂ ਹੈਗੀਆਂ। ਔਰ ਇਸੇ ਤਰ੍ਹਾਂ ਹੀ ਸ੍ਰੇਸ਼ਟ ਕਰਮ ਦਾ ਇੱਕ ਹੋਰ ਸਰੂਪ ਹੈਗਾ। ਅਗਰ ਕਿਸੇ ਮਨੁੱਖ ਨੂੰ ਤੁਸੀਂ ਦੇਖਦੇ ਹੋ ਇਹਦੇ 'ਚ ਅਹੰਕਾਰ ਬਹੁਤ ਹੈ, ਇਹਦੇ 'ਚ ਗੁੱਸਾ ਬਹੁਤ ਹੈ, ਇਹਦੇ 'ਚ ਠੱਗੀ ਕਰਨ ਦੀ ਉਹ ਆਦਤ ਹੈਗੀ ਹੈ, ਚੋਰੀ ਕਰਨ ਦੀ ਆਦਤ ਹੈਗੀ ਹੈ, ਤੇ ਇਸ ਦੀ ਬਜਾਏ ਕਿ ਉਹਨੂੰ ਕੋਸੋ, ਉਹਨੂੰ ਤੁਹਾਡੇ ਮਨ 'ਚ ਉਹਦੇ ਲਈ ਨੈਗੇਟਿਵ ਹੋਏ, ਉਹਨੂੰ ਉਹਦੇ ਨਾਲ ਬੜੇ ਪਿਆਰ ਨਾਲ ਗੱਲ ਕਰਕੇ ਉਹਨੂੰ ਆਪਣਾ ਬਣਾ ਕਰਕੇ ਔਰ ਉਹਦਾ ਜੀਵਨ, ਉਹਦੀ ਡਾਇਰੈਕਸ਼ਨ ਚੇਂਜ ਕਰ ਦਿਓ। ਗਿਆਨਵਾਨ ਆਤਮਾ ਦੂਸਰੇ ਨੂੰ ਵੀ ਗਿਆਨਵਾਨ ਬਣਾ ਦਿੰਦੇ। ਜਿਸ ਤਰ੍ਹਾਂ ਕਿਹਾ ਜਾਂਦਾ ਹੀ ਕਿ ਦੀਪਕ ਤੋਂ ਦੀਪਕ ਜਲਦਾ ਹੀ, ਤੇ ਤੁਸੀਂ ਅਗਰ ਐਨਲਾਈਟਨਡ ਹੈਗੇ ਹੋ ਤੇ ਤੁਸੀਂ ਦੂਸਰਿਆਂ ਨੂੰ ਵੀ ਐਨਲਾਈਟਨਮੈਂਟ ਦੇ ਸਕਦੇ ਹੋ। ਤੇ ਇਹ ਬੜੀ ਜ਼ਰੂਰੀ ਗੱਲ ਹੈ। ਬੱਚਿਆਂ ਨੂੰ, ਮੈਂ ਖਾਸ ਛੋਟੇ ਬੱਚਿਆਂ ਦੀ ਗੱਲ ਕਰਦਾ ਹੀ, ਛੋਟੇ ਬੱਚੇ ਹੁੰਦੇ ਆ, ਕਿਸੇ ਨੂੰ ਮਿਠਾਈ ਖਾਣ ਦੀ ਉਹ ਆਦਤ ਹੁੰਦੀ ਹੈ, ਕਿਸੇ ਨੂੰ ਹੋਰ ਕੋਈ ਚੀਜ਼ਾਂ ਅੱਛੀਆਂ ਉਹਨਾਂ ਨੂੰ ਚਾਹੀਦੀਆਂ। ਅੱਜ ਕੱਲ੍ਹ ਮੋਬਾਈਲ ਲੈ ਕਰਕੇ ਬੜੇ ਖੁਸ਼ ਹੁੰਦੇ ਆ। ਜਦੋਂ ਉਹਨਾਂ ਨੂੰ ਘਰੋਂ ਪੈਸਾ ਨਹੀਂ ਮਿਲਦਾ, ਮਾਂ ਬਾਪ ਨਹੀਂ ਦੇ ਸਕਦੇ, ਉਹ ਇਤਨੇ ਪੈਸੇ ਵਾਲੇ ਨਹੀਂ ਹੈਗੇ, ਤੇ ਉਹ ਕਦੀ ਛੋਟੀ ਮੋਟੀ ਚੋਰੀ ਵੀ ਕਰਦੇ ਆ। ਤੇ ਇਸ ਦੀ ਬਜਾਏ ਕਿ ਉਹਨੂੰ ਪੁਲਿਸ ਦੇ ਹਵਾਲੇ ਕਰੋ, ਉਹਨੂੰ ਮਾਰੋ, ਥੱਪੜ ਲਗਾਓ, ਡੰਡਾ ਲਗਾਓ, ਉਹਦੀ ਲੋੜ ਨਹੀਂ ਹੈ। ਮੈਂ ਆਪਣੇ ਅਨੁਭਵ ਤੋਂ ਸੁਣਾ ਰਿਹਾ ਹਾਂ। ਇੱਕ ਬੱਚੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ, ਬਈ ਕੀ ਗੱਲ ਹੈ, ਤੂੰ ਇਹ ਕਿਉਂ ਕਰਦਾ ਹੈ? ਬੜਾ ਸਾਫ਼ ਕਹਿ ਦਿੱਤਾ, ਮੇਰਾ ਮਨ ਹੁੰਦਾ ਹੀ ਮੈਂ ਸਾਈਕਲ ਲਵਾਂ, ਮੇਰਾ ਮਨ ਹੁੰਦਾ ਹੀ ਮੈਂ ਕੁਝ ਖੇਲਣ ਵਾਸਤੇ ਆਪਣੇ ਕੋਲ ਕੋਈ ਚੀਜ਼ ਲਾਂ, ਪਰ ਮੰਮੀ ਪੈਸਾ ਨਹੀਂ ਦਿੰਦੀ। ਮੈਂ ਕਿਹਾ ਅੱਛਾ ਠੀਕ ਹੈ, ਤੈਨੂੰ ਅਗਰ ਪੈਸਾ ਮਿਲ ਜਾਏ ਤਾਂ ਫਿਰ ਤੂੰ ਛੱਡ ਦੇਂਗਾ ਇਹ ਸਾਰਾ ਕੁਝ? ਕਿ ਹਾਂ ਮੈਂ ਛੱਡ ਦਿਆਂਗਾ। ਇਹ 1.5 ਸਾਲ ਪਹਿਲੇ ਦੀ ਗੱਲ ਹੈ। ਮੈਂ ਕਿਹਾ ਠੀਕ ਹੈ, ਮੈਂ ਤੈਨੂੰ ਹਰ ਮਹੀਨੇ 100 ਰੁਪਇਆ ਦੇ ਦਿਆਂਗਾ, ਲੇਕਿਨ ਤੂੰ ਦੁਬਾਰਾ ਚੋਰੀ ਦਾ ਖਿਆਲ ਨਹੀਂ ਕਰਨਾ ਔਰ ਸੱਚ ਬੋਲਣਾ। ਉਹ ਬੱਚਾ ਇਤਨਾ ਸੁਸ਼ੀਲ ਬਣ ਗਿਆ, ਹੁਣ ਪੜ੍ਹਾਈ 'ਚ ਉਹ 6ਵੀਂ ਕਲਾਸ 'ਚ ਪਹੁੰਚ ਗਿਆ। ਔਰ ਉਸ ਨੂੰ ਮੈਂ ਯਾਦ ਕਰਕੇ ਫਸਟ ਵੀਕ ਆਫ ਐਵਰੀ ਮੰਥ 100 ਰੁਪਇਆ ਉਹਨੂੰ ਦੇਣਾ ਹੀ ਹੈ ਮੈਂ, ਭਾਵੇਂ ਉਹ ਖਰਚ ਕਰੇ ਨਾ ਕਰੇ, ਮੰਮੀ ਦੇ ਕੋਲ ਰੱਖੇ। ਉਸ ਬੱਚੇ ਦੇ ਅੰਦਰ 'ਚ ਇਤਨੀ ਚੇਂਜ ਆ ਗਈ ਕਿ ਮਾਤਾ ਜੀ ਦੇ ਨਾਲ ਸਵੇਰੇ ਮੈਡੀਟੇਸ਼ਨ 'ਚ ਵੀ ਆਉਂਦਾ, ਉਸ ਤੋਂ ਬਾਅਦ ਜਿਹੜੀ ਗਿਆਨ ਦੀ ਮੁਰਲੀ ਕਲਾਸ ਹੁੰਦੀ ਉਹ ਵੀ ਸੁਣਦਾ, ਔਰ ਬਹੁਤ ਸਭ्य ਬੱਚਾ ਬਣ ਗਿਆ। ਅਤੇ ਇਹ ਅਨੁਭਵ ਇਹੋ ਜਿਹੇ ਹੁੰਦੇ ਆ ਕਿ ਅਗਰ ਬੱਚੇ ਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ, ਉਹਨੂੰ ਡਾਂਟ ਦਿੰਦੇ, ਤਾਂ ਉਹ ਉਸ ਦੇ ਨਾਲ ਉਹ ਸੁਧਰੇਗਾ ਨਹੀਂ। ਪਿਆਰ 'ਚ ਉਹ ਸ਼ਕਤੀ ਹੈਗੀ ਹੈ ਕਿ ਤੁਸੀਂ ਪਿਆਰ ਨਾਲ ਬੱਚੇ ਨੂੰ ਵੀ ਸੁਧਾਰ ਸਕਦੇ ਹੋ। ਅਗਰ ਪਿਆਰ ਨਾਲ ਬੰਦਰ ਨੂੰ ਸੁਧਾਰ ਸਕਦੇ ਹੋ, ਕੁੱਤੇ ਨੂੰ ਸੁਧਾਰ ਸਕਦੇ ਹੋ, ਤੇ ਬੱਚਿਆਂ ਨੂੰ ਨਹੀਂ ਸੁਧਾਰ ਸਕਦੇ। ਇਸ ਕਰਕੇ ਇਹ ਚੀਜ਼ ਮੈਨੂੰ ਮਨ 'ਚ ਬਹੁਤ ਆਉਂਦੀ ਹੈ ਕਿ ਬੱਚਿਆਂ ਨੂੰ ਕੋਈ ਮਾਰੇ ਨਹੀਂ, ਥੱਪੜ ਨਾ ਮਾਰੇ, ਗਾਲੀ ਨਾ ਕੋਈ ਉਹਨਾਂ ਨੂੰ ਦੇ, ਬੜੇ ਪਿਆਰ ਨਾਲ ਉਹਨਾਂ ਨਾਲ ਗੱਲ ਕਰੋ, ਤੇ ਬੱਚੇ ਤੁਹਾਡੇ ਦੇਵਤਾ ਬਣ ਜਾਣਗੇ। ਜੀ ਭਾਜੀ, ਬਿਲਕੁਲ। ਇਹ ਤਾਂ ਹੋਈ ਸਵਦਰਸ਼ਨ ਚੱਕਰਧਾਰੀ ਦੀ ਗੱਲ, ਤੇ ਨਾਲੇ ਸਵਰੂਪ ਸਵਧਰਮ।
ਅਗਲਾ ਪ੍ਰਸ਼ਨ ਹੈ ਸਾਡਾ, ਬਿੰਦੂ ਰੂਪ ਸਥਿਤ ਕਿੱਦਾਂ ਹੋਣਾ ਸੀ? ਬੋਲਦੇ ਇਹ ਗੱਲ ਨੂੰ ਛੱਡ ਦਿਓ, ਇੱਥੇ ਫੁੱਲ ਸਟਾਪ ਲਗਾ ਲਓ, ਕੋਈ ਨਾ ਉੱਦਾਂ ਹੁੰਦਾ ਰਹਿੰਦਾ, ਬਿੰਦੂ ਰੂਪ ਬਣ ਜਾਓ। ਦੇਖੋ, ਬਿੰਦੂ ਰੂਪ ਕਿਸ ਦਾ? ਆਤਮਾ ਦਾ। ਤੇ ਆਤਮਾ ਦਾ ਜੋਤੀ ਸਰੂਪ ਹੈ, ਔਰ ਉਹ ਇੱਕ ਤਾਰੇ ਦੀ ਤਰ੍ਹਾਂ ਹੀ, ਸਟਾਰ ਲਾਈਕ। ਤੇ ਦੇਖਣਗੇ ਤੁਸੀਂ ਜਦੋਂ ਬਿੰਦੂ ਲਗਾਉਣਗੇ, ਉਹ ਤੇ ਤਾਰੇ ਦੀ ਤਰ੍ਹਾਂ ਹੀ ਲੱਗਦਾ ਹੀ। ਲੇਕਿਨ ਆਤਮਾ ਮਨ, ਬੁੱਧੀ, ਸੰਸਕਾਰ ਸਹਿਤ ਹੈਗੀ ਹੈ। इतनी छोटी है लेकिन कारोबार कितना करती है। तो ਜਦੋਂ ਸਰੀਰ 'ਚ ਆ ਕਰਕੇ ਆਪਣਾ ਕਰਮ ਕਰਨਾ ਸ਼ੁਰੂ ਕਰ ਦਿੰਦੀ ਹੈ, ਬਚਪਨ 'ਚ ਆਪਣੇ ਕਰਮ ਅਲੱਗ ਹੁੰਦੇ ਆ, ਯੁਵਾ ਜੀਵਨ 'ਚ ਅਲੱਗ ਹੁੰਦੇ ਆ, ਪ੍ਰੌੜ ਜੀਵਨ 'ਚ ਉਹ ਤੋਂ ਅਲੱਗ ਹੁੰਦੇ ਆ, ਬੁਢਾਪੇ 'ਚ ਉਹ ਤੋਂ ਅਲੱਗ ਹੁੰਦੇ ਆ। ਆਤਮਾ ਸਰੀਰ ਦੇ ਜ਼ਰੀਏ ਆਪਣੀ ਕਾਰੋਬਾਰ ਕਰਦੀ ਰਹਿੰਦੀ ਹੈ, ਪਰ ਫਿਰ ਆਖਰ ਇੱਕ ਦਿਨ ਆਉਂਦਾ ਹੀ ਖਿਆਲ ਆਉਂਦਾ ਹੀ, ਬਈ ਇਹ ਤੇ ਮੈਂ ਸਾਰਾ ਕੀਤਾ, ਰਿਸ਼ਤੇ ਨਾਤੇ ਸਭ ਨਿਭਾਏ, ਸਭ ਕੁਝ ਕੀਤਾ, ਪਰ ਮੈਂ ਆਪਣੇ ਆਤਮਾ ਵਾਸਤੇ ਤੇ ਕੁਝ ਨਹੀਂ ਕੀਤਾ। ਤੇ ਆਪਣੀ ਆਤਮਾ ਦੀ ਉન્નਤੀ ਕਿਸ ਤਰ੍ਹਾਂ ਹੋਏ? ਤੇ ਉਹ ਫਿਰ ਬੁਢਾਪੇ 'ਚ ਤੇ ਇਹ ਹੁੰਦਾ ਹੀ ਕਿ ਇਤਨੀ ਹਿੰਮਤ ਨਹੀਂ ਹੁੰਦੀ ਕੁਝ ਕਰਨ ਦੀ। ਤੇ ਫਿਰ ਇੰਨਾ ਹੀ ਕਹਿਣਗੇ, ਬਸ ਵਾਹਿਗੁਰੂ ਵਾਹਿਗੁਰੂ, ਰਾਮ 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 ਰਾਮ, ਇਤਨਾ ਮੁੱਖ 'ਤੇ ਚੱਲਦਾ ਹੀ, ਹੋਰ ਕੁਝ ਨਹੀਂ ਹੁੰਦਾ। ਕੋਈ ਤੁਸੀਂ ਗੱਲ ਵੀ ਸੁਣਾਉਣਗੇ ਉਹ ਤੇ ਥੋੜ੍ਹੀ ਜਿਹੀ ਸੁਣਨਗੇ, ਫਿਰ ਨੀਂਦ ਆਉਣ ਲੱਗ ਪਏਗੀ। ਤੇ ਇਹ ਬਿੰਦੂ ਸਰੂਪ ਜਿਹੜਾ ਕਹਿੰਦੇ ਆ, ਬਿੰਦੂ ਦਾ ਮਤਲਬ ਹੈ ਕਿ ਆਤਮਾ ਦੀ ਆਪਣੀ ਜਿਹੜੀ, ਅਗਰ ਤੁਸੀਂ ਪਿਕਚਰ ਨਿਕਾਲੋ, ਆਤਮਾ ਬ੍ਰੇਨ 'ਚ ਨਿਵਾਸ ਕਰਦੀ ਹੈ, ਔਰ ਉਹਦੀ ਨਿਸ਼ਾਨੀ ਹੈ ਇੱਥੇ ਤਿਲਕ ਦਿੰਦੇ ਆ, ਔਰ ਉਹ ਤਿਲਕ ਭਾਵੇਂ ਇੱਕ ਬਿੰਦੀ ਲਗਾਉਣ, ਭਾਵੇਂ ਕੋਈ ਕਿਸੇ ਤਰ੍ਹਾਂ ਵੀ ਲਗਾਉਣ, ਹਰ ਇੱਕ 'ਚ ਕੀ ਕਹੀਏ, ਹਰ ਇੱਕ ਜ਼ਾਤ 'ਚ ਗੋਤ 'ਚ ਅਲੱਗ ਅਲੱਗ ਕਿਸਮ ਨਾਲ ਵੀ ਲਗਾਉਂਦੇ ਨੇ। ਲੇਕਿਨ ਬਿੰਦੂ ਰੂਪ ਹੈ, ਲੇਕਿਨ ਆਤਮਾ ਜਦੋਂ ਸਰੀਰ ਧਾਰਨ ਕਰਦੀ ਹੈ ਤੇ ਉਹਦੇ 'ਚ ਜਿਹੜੇ ਇਤਨੇ ਸਾਰੇ ਅੱਛੇ ਅੱਛੇ ਸੰਸਕਾਰ ਹੁੰਦੇ ਆ, ਫਿਰ ਉਹ ਵਿਅਕਤ ਕਰਦੀ ਹੈ। ਉਹਨਾਂ ਦੇ ਜੀਵਨ 'ਚ ਬੜੀ ਮਿਠਾਸ, ਉਹਨਾਂ ਦੇ ਜੀਵਨ 'ਚ ਬੜੀ ਪਵਿੱਤਰਤਾ, ਉਹਨਾਂ ਦੇ ਜੀਵਨ 'ਚ ਬਹੁਤ ਸ਼ਾਲੀਨਤਾ, ਉਹਨਾਂ ਦੇ ਜੀਵਨ 'ਚ ਬਹੁਤ ਮੁਸਕਾਨ, ਹਰ ਤਰ੍ਹਾਂ। ਤੇ ਉਹ ਬੱਚੇ ਬੜੇ ਅੱਛੇ ਲੱਗਦੇ ਨੇ, ਵੱਡੇ ਹੋ ਕਰਕੇ ਵੀ ਉਹ, ਉਹਨਾਂ ਦੇ ਸੰਸਕਾਰ ਜਿਹੜੇ ਉਹੋ ਜਿਹੇ ਰਹਿੰਦੇ ਆ, ਤਾਂ ਵੀ ਬਹੁਤ ਅੱਛੇ ਲੱਗਦੇ ਨੇ। ਲੇਕਿਨ ਚਲਦੇ ਚਲਦੇ ਫਿਰ ਜਦੋਂ ਥੋੜ੍ਹੀ ਹੋਰ ਗੱਲਾਂ ਮਿਕਸ ਹੋਣ ਲੱਗ ਪੈਂਦੀਆਂ, ਤੇ ਦੂਸਰੇ ਵੀ ਸੰਸਕਾਰ ਬਣ ਜਾਂਦੇ ਆ। ਤੇ ਆਤਮਾ ਨੂੰ ਆਪਣੇ ਓਰੀਜਨਲ ਸਰੂਪ 'ਚ, ਮੂਲ ਸਰੂਪ 'ਚ ਵਾਪਸ ਆਉਣ ਵਾਸਤੇ ਮੈਡੀਟੇਸ਼ਨ 'ਚ ਇੱਕ ਪद्धਤੀ ਹੈ, ਔਰ ਉਹ ਹੈ ਆਪਣੇ ਮੂਲ ਸਰੂਪ ਦੀ ਸਿਮਰਤੀ। ਮੂਲ ਸਰੂਪ ਹੈ ਜੋਤੀ ਬਿੰਦੂ ਸਰੂਪ, ਸਦਾ ਜਾਗੰਤੀ ਜੋਤ ਹੈ। ਵੈਸੇ ਆਤਮਾ ਦੀ ਕਦੀ ਜੋਤ ਬੁਝਦੀ ਨਹੀਂ ਹੈ, ਸਦਾ ਜਾਗੰਤੀ ਹੈ। ਉਹਦੇ 'ਚ ਮਨ, ਬੁੱਧੀ, ਸੰਸਕਾਰ ਸਦਾ ਹੀ ਕੰਮ ਕਰਦੇ ਨੇ, ਔਰ ਉਹਦੇ ਹਿਸਾਬ ਨਾਲ ਹੀ ਆਪਣਾ ਹਰ ਕੋਈ ਕਰਮ ਵੀ ਕਰਦਾ ਹੀ,
ਐਕਸ਼ਨ ਵੀ ਕਰਦਾ, ਇੰਟਰੈਕਸ਼ਨ ਵੀ ਹੁੰਦਾ ਹੀ, ਸਭ ਕੁਝ ਹੁੰਦਾ ਹੀ। ਤੇ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਬਿੰਦੂ ਸਰੂਪ 'ਚ ਸਥਿਤ ਹੋ ਜਾਈਏ, ਤੇ ਉਹਦਾ ਸਹਿਜ ਤਰੀਕਾ ਹੈ ਕਿ ਹੋਰ ਕੋਈ ਹੈ ਹੋ ਜਿਹਾ ਜਿਹੜਾ ਸਦਾ ਹੀ ਬਿੰਦੂ ਸਰੂਪ 'ਚ ਰਹਿੰਦਾ ਹੋਏ। ਤੇ ਉਹ ਖਿਆਲ ਆਉਂਦਾ ਹੀ ਕਿ ਪਰਮ ਪਿਤਾ ਪਰਮਾਤਮਾ, ਜਿਹਨੂੰ ਕਲਿਆਣਕਾਰੀ ਹੋਣ ਕਰਕੇ ਸ਼ਿਵ ਪਿਤਾ ਪਰਮਾਤਮਾ ਕਹਿੰਦੇ ਨੇ, ਤ੍ਰਿਮੂਰਤੀ ਸ਼ਿਵ ਪਿਤਾ ਪਰਮਾਤਮਾ, ਸਰਵ ਸ਼ਕਤੀਵਾਨ ਪਿਤਾ ਪਰਮਾਤਮਾ। ਦੇਖੋ, ਲੇਕਿਨ ਹੈ ਤੇ ਉਹ ਵੀ ਆਤਮਾ, ਲੇਕਿਨ ਪਰਮ ਆਤਮਾ ਹੈ, ਸਭ ਤੋਂ ਉੱਚੀ। ਤੇ परम पिता परमात्मा भी अपने अगर निज स्वरूप च वो बिंदु स्वरूप है, लेकिन उन्हों दे अंदर जो भी ज्ञान है, गुण है, शक्तियां है, वो सिंधु सागर की तरह है। तो जदों असी बिंदु स्वरूप च स्थित होंने हैं तो साडा होर कोई भी ਐਰਾ ਵਗੈਰਾ ਗੱਲਾਂ ਮਨ 'ਚ ਹੁੰਦੀਆਂ ਉਹ ਖਤਮ ਹੋ ਜਾਂਦੀਆਂ, ਔਰ ਜੋ ਪਰਮਾਤਮਾ ਦੇ ਗੁਣ ਹੈਗੇ ਆ ਉਹਦੀ ਤਰਫ ਸਾਡਾ ਧਿਆਨ ਚਲ ਜਾਂਦਾ ਹੀ, ਔਰ ਉਹਦੇ ਅਨੁਸਾਰ ਆਤਮਾ ਆਪਣੇ ਆਪ ਨੂੰ ਰਿਜੂਵੀਨੇਟ ਕਰਦੀ, ਫਿਰ ਦੁਬਾਰਾ ਫਿਰ ਆਪਣੇ ਅਸਲੀ ਸਰੂਪ 'ਚ ਆ ਜਾਂਦੀ ਹੈ। ਔਰ ਇਹ ਬਹੁਤ ਹੀ ਇੱਕ ਤਰਫ ਆਸਾਨ ਤਰੀਕਾ ਹੈ, और दूसरी तरफ बिंदु रूप च मन नू टिकाउणा सब तो ज़्यादा डिफिकल्ट है। कदी तुसी सुनिया होएगा लोग कहंदे ने भाई मन ते एक घोड़ा हैगा, उन्होंने लगाम नहीं हैगी। मन रूपी घोड़ा जिहड़ा वो कदी इधर कदी उधर, कदी इत्थे कदी उत्थे चल जांदा ही। तुसी मन नूं लगाउणगे उस शिव बाबा दे नाल उपर परमधाम च, लक्ष्य ते वो हैगा, और उस वेले वो कित्थे चल जाएगा। अज जिस तरह देखो इत्थे भोग बनिया होया सी ते जलेबी बनी हुई सी, पनीर दी सब्जी और पूरी बनी हुई सी, होर कई चीज़ां। फिर इहदे विच दिमाग चल जाएगा, बैठणगे बिंदु रूप च, और मन भोजन ते भोग खाण वास्ते जाएगा। अज गुरुवार है ना, इस करके दस रहा। ते मन नूं एक टिक करना, बिंदु रूप का मतलब है उन्हों होर सारियां गल्लां तो हटा करके एक शिव बाबा दे उपर पूरा अटेंशन रखना, पूरा ध्यान उन्हां ते रहे, और उन्हां दे उपर ध्यान रखण करके वो तुहाडे मन नूं फीड करदा ही, खुराक मिलती है, और तुसी मन मना भाव हो करके बैठे रहो तो तुसी बाप समान बनते जाओगे। जी ਭਾਜੀ, ਇੱਕ ਮਾਤਾ ਦਾ ਮੈਨੂੰ ਫੋਨ ਆਇਆ, ਉਹ ਤੁਹਾਡਾ ਪ੍ਰੋਗਰਾਮ ਦੇਖਦੀ, ਉਹ ਬੋਲਦੀ ਮੈਂ ਬਾਬਾ ਦੇ ਗਿਆਨ 'ਚ ਚੱਲਦੀ ਹਾਂ, ਲੇਕਿਨ ਕਹਿੰਦੀ ਮੈਂ ਪਰਿਵਾਰ ਵੀ ਦੇਖਣਾ ਤੇ ਨਾਲੇ ਆਪਣਾ ਕਾਰੋਬਾਰ ਵੀ ਦੇਖਣਾ, ਪਰ ਬੋਲਦੀ ਮੈਂ ਯੋਗ ਕਰਦੇ ਕਰਦੇ ਕਰਮ ਬੰਧਨ ਤੇ ਮੁਕਤ ਨਹੀਂ ਹੋ ਪਾਉਂਦੀ, ਉਹ ਕਿੱਦਾਂ ਮੁਕਤ ਹੋਊਂਗੀ ਮੈਂ। ਇਹ ਫੋਨ ਪਟਿਆਲਾ ਤੇ ਆਇਆ ਵਾ ਜੀ। बड़ा सहज है माता जी, तुसी कर्म योगी बन जाओ। लोग ये समझते कर्म करना ही कर्म योगी है, ये नहीं। कोई भी कर्म करना ही तो पहले शिव बाबा की तरफ मन नूं ले थोड़ा जोड़ लो, बाबा नूं कहो बाबा ए काम करने वास्ते हुण मैं तैयार हैगी हाँ, तुसी मेरे नाल चलो। बाबा नूं अपने मन च साथी बना लैणगे तो तुसी कर्म योगी बन जाणगे, और कर्म योगी हर कर्म जो करनगे वो श्रेष्ठ कर्म होएगा। तो जदों श्रेष्ठ कर्म तुसी करनगे तो कर्म बंधन अपने आप कट जाते हैं। ये करके देख लो थोड़ा।
ਜੀ ਅੱਜ ਸਾਡੇ ਇਸ ਪ੍ਰੋਗਰਾਮ 'ਚ ਭਾਈ ਜੀ ਤੁਸੀਂ ਇਤਨੇ 5 ਕੁਐਸਚਨ ਕੀਤੇ ਅਸੀਂ ਉਹਦਾ ਤੁਸੀਂ ਉੱਤਰ ਦਿੱਤਾ ਸਾਨੂੰ। ਮੈਨੂੰ ਲੱਗਦਾ ਸਾਡੀ ਮਾਤਾ ਦਾ ਦੁਬਾਰਾ ਫੋਨ ਆਊਗਾ, ਉਹਨਾਂ ਨੇ ਪ੍ਰਸ਼ਨ ਦਾ ਉੱਤਰ ਸੁਣ ਲਿਆ ਹੋਣਾ ਤੇ ਮੈਨੂੰ ਉਮੀਦ ਹੈ ਕਿ ਹੋਰ ਵੀ ਫੋਨ ਤੁਹਾਡੇ ਇਸ ਪ੍ਰੋਗਰਾਮ 'ਚ ਆਉਣਗੇ ਔਰ ਤੁਹਾਡੇ ਬਹੁਤ ਸਾਰੇ ਪ੍ਰਸ਼ਨ ਅਸੀਂ ਕਰੂੰਗੇ ਤਾਂ ਤੁਸੀਂ ਹੱਲ ਦਿਓਗੇ। ਜੀ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਥੈਂਕ ਯੂ। ਜੀ।